ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਤੀਜਾ। ਸੋ ਆਓ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਵਿਚਾਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਪਾਵਨ ਅੰਗ 246 ਤੇ ਸਤਿਗੁਰੂ। ਇਸ ਸ਼ਬਦ ਵਿੱਚ ਬੁੱਧੀ ਅਤੇ ਜੀਵ ਦਾ ਸੰਵਾਦ ਹੈ। ਸ਼ੁੱਧ ਬੁੱਧੀ ਜੀਵ ਨੂੰ ਪਤੀ ਕਰਕੇ ਸਮਝਾਉਂਦੀ ਹੈ। ਗੁਰ ਕੀ ਸੇਵਾ ਕਰ ਪਿਰਾ ਜੀਓ, ਹਰ ਨਾਮ ਧਿਆਏ। ਆਤਮ ਵਿਸ਼ੈਣੀ ਬੁੱਧੀ ਕਹਿੰਦੀ ਹੈ, ਹੇ ਪਿਰਾ ਪਤੀ ਜੀ, ਤੂੰ ਸਤਿਗੁਰਾਂ ਦੀ ਸੇਵਾ ਟਹਿਲ ਕਰਿਆ ਕਰ। ਫਿਰ ਤੈਨੂੰ ਗੁਰੂ ਜੀ ਹਰੀ ਅਕਾਲ ਪੁਰਖ ਦਾ ਨਾਮ ਧਿਆਉਣ ਵਾਸਤੇ ਦੇਣਗੇ। ਤਦੋਂ ਹਰੀ ਦੇ ਨਾਮ ਨੂੰ ਧਿਆਵੇਂਗਾ, ਜਦੋਂ ਗੁਰਾਂ ਦੀ ਸੇਵਾ ਟਹਿਲ ਕਰੇਗਾ। ਮੰਝੋਂ ਦੂਰ ਨ ਜਾਹੇ ਪਿਰਾ ਜੀਓ, ਘਰ ਬੈਠਿਆਂ ਹਰ ਪਾਏ। ਆਤਮ ਵਿਸ਼ੈਣੀ ਬੁੱਧ ਕਹਿੰਦੀ ਹੈ ਕਿ ਹੇ ਪਿਰਾ ਜੀਓ ਪਤੀ ਜੀ, ਤੂੰ ਕਬੁੱਧੀ ਵਿੱਚ ਨਾ ਫਸਿਆ ਕਰ। ਮੰਝੋਂ ਹੁੰਦਾ ਮੇਰੇ ਤੋਂ ਦੂਰ ਨਾ ਜਾਇਆ ਕਰ। ਸਾਧ ਸੰਗਤ ਰੂਪੀ ਘਰ ਵਿੱਚ ਬੈਠੇਗਾ ਤਾਂ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਵੇਂਗਾ। ਤੁਰਿਆ ਪਦ ਰੂਪੀ ਘਰ ਵਿੱਚ ਬੈਠਿਆਂ ਹਰੀ ਵਾਹਿਗੁਰੂ ਦੀ ਪ੍ਰਾਪਤੀ ਕਰ ਲਵੇਂਗਾ। ਘਰ ਬੈਠਿਆ ਹਰ ਪਾਏ, ਸਦਾ ਚਿਤ ਲਾਏ, ਸਹਿਜੇ ਸਤ ਸੁਭਾਏ। ਜਦੋਂ ਹਿਰਦੇ ਰੂਪੀ ਘਰ ਵਿੱਚ ਬੈਠੇਗਾ ਤਾਂ ਹਮੇਸ਼ਾ ਚਿੱਤ ਵਿੱਚ ਹਰੀ ਅਕਾਲ ਪੁਰਖ ਨੂੰ ਪਾ ਲਵੇਂਗਾ। ਸੁਤੇ ਸਿੱਧ ਹੀ ਸੁਭਾਏ ਸੁਭਾਵਕ ਹੀ, ਸੋ ਭਾਏ ਕਹੀਏ ਸੋ ਸ੍ਰੇਸ਼ਟ ਭਾਏ ਪ੍ਰੇਮ ਦੇ ਕਰਕੇ ਸਤ ਸਰੂਪ ਨੂੰ ਪ੍ਰਾਪਤ ਕਰ ਲਵੇਂਗਾ। ਗੁਰ ਕੀ ਸੇਵਾ ਖਰੀ ਸੁਖਾਲੀ, ਜਿਸਨੋਂ ਆਪ ਕਰਾਏ। ਜੀਵ ਤਾਈਂ ਬੁੱਧ ਕਹਿੰਦੀ ਹੈ ਕਿ ਗੁਰਾਂ ਦੀ ਸੇਵਾ ਟਹਿਲ ਖਰੀ ਅਤੇ ਅੰਤ ਹੀ ਸੁਖਾਲੀ ਸੁੱਖਾਂ ਵਾਲੀ ਹੈ, ਜਿਸਨੂੰ ਆਪ ਕਰਾਏ। ਪਰ ਜਿਸਨੂੰ ਕਹੀਏ ਜਿਸ ਤੋਂ ਪਰਮੇਸ਼ਰ ਆਪ ਕਰਾਉਂਦਾ ਹੈ, ਉਹੀ ਮਨੁੱਖ ਕਰਦਾ ਹੈ। ਨਾਮੋ ਬੀਜੇ ਨਾਮੋ ਜੰਮੈ, ਨਾਮੋ ਮਨ ਵਸਾਏ। ਨਾਮੋ ਕਹੀਏ ਨਾਮ ਰੂਪ ਬੀਜ ਨੂੰ ਬੀਜੇਗਾ ਤਾਂ ਨਾਮ ਹੀ ਜੰਮੇਗਾ, ਭਾਵ ਪ੍ਰਫੁੱਲਤ ਹੋਵੇਗਾ। ਇਸ ਲਈ ਨਾਮ ਨੂੰ ਮਨ ਕਹੀਏ ਹਿਰਦੇ ਵਿੱਚ ਵਸਾਉਣਾ ਕਰ। ਨਾਮ ਨੂੰ ਸਰਵਣ ਕਰਨ ਰੂਪ ਬੀਜੇਗਾ ਤਾਂ ਨਾਮ ਮੰਨਣ ਰੂਪ ਹੋ ਕੇ ਜੰਮੇਗਾ, ਤੇ ਨਾਮ ਨੂੰ ਨਿਧਿਆਸਨ ਕਰਨ ਰੂਪ ਮਨ ਹਿਰਦੇ ਵਿੱਚ ਵਸਾਉਣਾ ਕਰ। ਨਾਨਕ ਸੱਚ ਨਾਮ ਵਡਿਆਈ, ਪੂਰਬ ਲਿਖਿਆ ਪਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੱਚੇ ਨਾਮ ਕਰਕੇ ਹੀ ਵਡਿਆਈ ਸ਼ੋਭਾ ਮਿਲਦੀ ਹੈ, ਪਰ ਨਾਮ ਪੂਰਬਲੇ ਕਰਮਾਂ ਦੀ ਲਿਖਤ ਅਨੁਸਾਰ ਹੀ ਪਾਇਆ ਜਾਂਦਾ ਹੈ। ਹਰ ਕਾ ਨਾਮ ਮੀਠਾ ਪਿਰਾ ਜੀਓ, ਜਾ ਚਾਖੈ ਚਿਤ ਲਾਏ। ਹੇ ਪਤੀ ਜੀ, ਹੇ ਹਰੀ ਅਕਾਲ ਪੁਰਖ ਦਾ ਨਾਮ ਮੀਠਾ ਪਿਆਰਾ ਭਾਵ ਅਤਿਅੰਤ ਰਸਦਾਇਕ ਹੈ। ਜੇਕਰ ਚਿੱਤ ਮਨ ਦੀ ਬਿਰਤੀ ਲਗਾ ਕੇ ਚੱਖੇਗਾ ਤਾਂ ਤੈਨੂੰ ਆਤਮ ਰਸ ਪ੍ਰਾਪਤ ਹੋਵੇਗਾ, ਭਾਵ ਰਸਨਾ ਦੇ ਨਾਲ ਕਿਸੇ ਪਦਾਰਥ ਦਾ ਸਵਾਦ ਦੇਖਣਾ। ਇਸ ਨੂੰ ਪਦਾਰਥ ਦਾ ਚਖਣਾ ਕਹਿੰਦੇ ਹਨ। ਤੂੰ ਪ੍ਰੀਤੀ ਰੂਪ ਜੀਭ ਨਾਲ ਨਾਮ ਰੂਪ ਪਦਾਰਥ ਨੂੰ ਚਖਣਾ ਕਰ। ਰਸਨਾ ਹਰ ਰਸ ਚਾਖ, ਮੁਈਏ ਜੀਓ, ਅਨ ਰਸ ਸਾਧ ਗਵਾਏ। ਹੇ ਮੇਰੇ ਪਿਆਰੇ ਪਤੀ ਜੀ, ਰਸਨਾ ਜੀਭਾਂ ਦੇ ਨਾਲ ਪਰਮੇਸ਼ਰ ਦੇ ਨਾਮ ਰਸ ਨੂੰ ਚਖਣਾ ਭਾਵ ਧਾਰਨਾ ਕਰ। ਹੋਰ ਰਸਾਂ ਦੇ ਸਵਾਦਾਂ ਨੂੰ ਗਵਾਉਣਾ ਕਰ। ਪਹਾੜੀ ਬੋਲੀ ਵਿੱਚ ਮੁਈਏ ਦਾ ਅਰਥ ਪਿਆਰਾ ਹੈ। ਸਦਾ ਹਰ ਰਸ ਪਾਏ, ਜਾ ਹਰ ਭਾਏ, ਰਸਨਾ ਸ਼ਬਦ ਸੁਹਾਏ। ਜਦ ਹਰੀ ਪਰਮੇਸ਼ਰ ਨੂੰ ਪਾ ਜਾਵੇਂਗਾ, ਜਦ ਹਰੀ ਅਕਾਲ ਪੁਰਖ ਨੂੰ ਪ੍ਰੇਮ ਕਰੇਗਾ, ਤਦ ਹਮੇਸ਼ਾ ਵਾਹਿਗੁਰੂ ਦੇ ਨਾਮ ਰਸ ਨੂੰ ਪਾ ਲਵੇਂਗਾ।
ਤੇਰੀ ਰਸਨਾ ਜੀਭਾ ਵੀ ਗੁਰ ਉਪਦੇਸ਼ ਕਰਕੇ ਸੁਹਾਏ ਸ਼ੋਭਨੀਕ ਹੋ ਜਾਵੇਗੀ। ਨਾਮ ਧਿਆਏ ਸਦਾ ਸੁਖ ਪਾਏ, ਨਾਮ ਰਹਿ ਲਿਵ ਲਾਏ। ਜਦ ਪਰਮੇਸ਼ਰ ਦੇ ਨਾਮ ਨੂੰ ਧਿਆਵੇਂਗਾ ਤਦ ਸਦਾ ਹਮੇਸ਼ਾ ਹੀ ਰਹਿਣ ਵਾਲਾ ਆਤਮਿਕ ਸੁਖ ਪਾ ਲਵੇਗਾ। ਇਸ ਕਰਕੇ ਹਰ ਵਕਤ ਨਾਮ ਵਿੱਚ ਲਿਵ ਬਿਰਤੀ ਨੂੰ ਲਾਉਣਾ ਕਰ। ਨਾਮੇ ਉਪਜੈ ਨਾਮੇ ਬਿਨਸੈ, ਨਾਮੇ ਸੱਚ ਸਮਾਏ। ਸਾਰਾ ਸੰਸਾਰ ਨਾਮ ਕਰਕੇ ਹੀ ਪੈਦਾ ਹੋਇਆ ਅਤੇ ਨਾਮੀ ਦੇ ਸੰਕਲਪ ਕਰਕੇ ਹੀ ਜਗਤ ਨਾਸ ਹੋ ਜਾਵੇਗਾ। ਨਾਮ ਕਰਕੇ ਹੀ ਬ੍ਰਹਮ ਗਿਆਨ ਪੈਦਾ ਹੁੰਦਾ ਹੈ ਅਤੇ ਨਾਮ ਨੂੰ ਵਿਸਾਰ ਕੇ ਗਿਆਨ ਨਾਸ਼ ਹੁੰਦਾ। ਨਾਮ ਕਰਕੇ ਹੀ ਸ਼ੁਭ ਗੁਣ ਉਤਪੰਨ ਹੁੰਦੇ ਹਨ ਅਤੇ ਨਾਮ ਕਰਕੇ ਹੀ ਅਸ਼ੁਭ ਗੁਣ ਨਾਸ਼ ਹੁੰਦੇ ਹਨ। ਨਾਮ ਕਰਕੇ ਹੀ ਭਗਤੀ ਉਤਪੰਨ ਹੁੰਦੀ ਹੈ ਅਤੇ ਨਾਮ ਕਰਕੇ ਹੀ ਹਉਮੈ ਨਾਸ ਹੁੰਦੀ ਹੈ। ਨਾਮ ਕਰਕੇ ਹੀ ਸੱਚ ਸਰੂਪ ਪਰਮਾਤਮਾ ਇੱਕ ਵਿੱਚ ਸਮਾ ਜਾਈਦਾ ਹੈ, ਭਾਵ ਸੱਤ ਵਿੱਚ ਅਭੇਦ ਹੋ ਜਾਈਦਾ ਹੈ। ਨਾਨਕ ਨਾਮ ਗੁਰਮਤਿ ਪਾਈਐ, ਆਪੇ ਲਏ ਲਵਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰ ਸਿੱਖਿਆ ਦੁਆਰਾ ਨਾਮ ਨੂੰ ਪਾਈਦਾ ਹੈ। ਆਪ ਹੀ ਪਰਮੇਸ਼ਰ ਆਪਣੇ ਨਾਮ ਵਿੱਚ ਬਿਰਤੀ ਲਵਾ ਲੈਂਦਾ ਹੈ। ਇਹ ਵਿਡਾਣੀ ਚਾਕਰੀ ਪਿਰਾ ਜੀਓ, ਧਨ ਛੋੜ ਪਰਦੇਸ ਸਿਧਾਏ। ਹੇ ਪਤੀ ਜੀ, ਗੁਰਾਂ ਦੀ ਚਾਕਰੀ ਨੌਕਰੀ ਛੱਡ ਕੇ ਇਹ ਜਿਹੜੀ ਵਿਡਾਣੀ ਪਰਾਈ ਦੇਵੀ ਦੇਵਤਿਆਂ ਆਦਿ ਦੀ ਉਪਾਸਨਾ ਕਰਨੀ ਹੈ, ਇਹ ਇਉਂ ਹੈ ਜਿਵੇਂ ਪਤੀ ਦਾ ਧਨ ਇਸਤਰੀ ਨੂੰ ਛੱਡ ਕੇ ਪਰਾਏ ਦੇਸ ਸਿਧਾਏ ਜਾਣਾ ਹੁੰਦਾ। ਭਾਵ ਇਸੇ ਪ੍ਰਕਾਰ ਤੈਨੂੰ ਸ਼ੁੱਧ ਬੁੱਧੀ ਨੂੰ ਛੱਡ ਕੇ ਅਨਾਤਮਾਕਾਰ ਪਦਾਰਥਾਂ ਵੱਲ ਦੌੜਦੇ ਰਹਿਣਾ, ਭਾਵ ਪਰਦੇਸ ਜਾਣਾ ਯੋਗ ਹੈ। ਪਰਦੇਸ ਜਾਣਾ ਯੋਗ ਨਹੀਂ ਹੈ। ਦੂਜੈ ਕਿਨੈ ਸੁਖ ਨ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ। ਹੇ ਮੇਰੇ ਪਤੀ ਜੀ, ਗੁਰਾਂ ਦੀ ਚਾਕਰੀ ਛੱਡ ਕੇ ਕਿਸੇ ਨੇ ਵੀ ਦਵੈਤ ਭਾਵ ਵਿੱਚ ਲੱਗ ਕੇ ਸੁੱਖ ਨਹੀਂ ਪਾਇਆ। ਦਵੈਤ ਭਾਵ ਵਿੱਚ ਲੱਗ ਕੇ ਕਿਸੇ ਨੇ ਸੁੱਖ ਨਹੀਂ ਪਾਇਆ। ਸਾਰੇ ਵਿਸ਼ਿਆਂ ਦੇ ਲੋਭ ਲਾਲਚ ਵਿੱਚ ਖਚਤ ਭਾਵ ਲੁਭਾਏਮਨ ਹੋ ਰਹੇ। ਵਿਖਿਆ ਲੋਭ ਲੁਭਾਏ, ਭਰਮ ਭੁਲਾਏ, ਉਹ ਕਿਉਂ ਕਰ ਸੁਖ ਪਾਏ। ਜਿਹੜੇ ਮਾਇਆ ਤੇ ਵਿਸ਼ਿਆਂ ਦੇ ਲੋਭ ਲਾਲਚ ਵਿੱਚ ਖਚਤ ਹੋਏ, ਭਰਮ ਨੇ ਭੁਲਾ ਲਏ ਹਨ, ਉਹ ਕਿਸ ਪ੍ਰਕਾਰ ਕਰਕੇ ਸੁੱਖ ਪਾਉਣਗੇ, ਭਾਵ ਕਿਤੋਂ ਸੁੱਖ ਪ੍ਰਾਪਤ ਨਹੀਂ ਹੋਵੇਗਾ। ਚਾਕਰੀ ਵਿਡਾਣੀ ਖਰੀ ਦੁਖਾਲੀ, ਆਪ ਵੇਚ ਧਰਮ ਗਵਾਏ। ਹਰੀ ਪਰਮੇਸ਼ਰ ਦਾ ਨਾਮ ਛੱਡ ਕੇ ਹੋਰ ਦੇਵੀ ਦੇਵਤਿਆਂ ਆਦਿਕਾਂ ਦੀ ਉਪਾਸਨਾ ਰੂਪ ਵਿਡਾਣੀ ਪਰਾਈ ਚਾਕਰੀ ਕਰਨੀ, ਖਰੀ ਕਹੀਏ ਬਹੁਤ ਜ਼ਿਆਦਾ ਦੁਖਦਾਇਕ ਹੈ। ਇਹ ਆਪਣੇ ਆਪ ਨੂੰ ਵੇਚ ਕੇ ਧਰਮ ਗਵਾਉਣਾ ਹੈ, ਭਾਵ ਆਪਣੇ ਅੰਤਹਿਕਰਨ ਨੂੰ ਵੇਚ ਕੇ ਜੋ ਸੱਚਾ ਧਰਮ ਗੁਰੂ ਨੇ ਦਿੱਤਾ ਹੈ ਉਸ ਨੂੰ ਗਵਾ ਕਰਕੇ ਦੇਵੀ ਦੇਵਤੇ ਭੂਤਾਂ ਪ੍ਰੇਤਾਂ ਆਦਿ ਦੇ ਅਧੀਨ ਹੋਣਾ ਪੈਂਦਾ ਹੈ। ਮਾਇਆ ਬੰਧਨ ਟਿਕੈ ਨਾਹੀ, ਖਿਨ ਖਿਨ ਦੁੱਖ ਸੰਤਾਏ। ਤੂੰ ਮਾਇਆ ਦੇ ਪਦਾਰਥਾਂ ਵਿੱਚ ਬੱਝਾ ਹੋਣੇ ਕਰਕੇ ਆਪਣਾ ਧਰਮ ਗਵਾ ਬੈਠਾ ਹੈ। ਇਹ ਮਾਇਕੀ ਪਦਾਰਥ ਟਿਕਾ ਵਾਲੇ ਭਾਵ ਸਥਿਤੀ ਨਹੀਂ ਕਰਨ ਵਾਲੇ ਹਨ। ਇਹ ਤਾਂ ਨਿਮਖ ਕਾਲ ਵਿੱਚ ਦੁੱਖ ਦਿੰਦੇ ਹਨ। ਸੰਗ ਕਹੀਏ ਭਲੀ ਪ੍ਰਕਾਰ, ਤਾਏ ਕਹੀਏ ਤਪਾਉਂਦੇ ਹਨ। ਨਾਨਕ ਮਾਇਆ ਕਾ ਦੁਖ ਤਦੇ ਚੂਕੈ, ਜਾ ਗੁਰ ਸਬਦੀ ਚਿਤ ਲਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮਾਇਆ ਦਾ ਦੁੱਖ ਤਾਂ ਹੀ ਚੁੱਕਿਆ ਜਾ ਸਕਦਾ ਹੈ ਜਦ ਗੁਰਾਂ ਦੇ ਸ਼ਬਦੀ ਉਪਦੇਸ਼ ਦੁਆਰਾ ਚਿੱਤ ਹਿਰਦੇ ਨੂੰ ਨਾਮ ਨਾਲ ਲਾਉਣਾ ਭਾਵ ਜੋੜਨਾ ਕਰੇਗਾ। ਮਨਮੁਖ ਮੁਗਧ ਗਾਵਾਰ ਪਿਰਾ ਜੀਓ, ਸ਼ਬਦ ਮਨ ਨ ਵਸਾਏ। ਹੇ ਪਤੀ ਜੀ, ਮਨਮੁਖ ਲੋਕ ਸ਼ਾਸਤਰ ਗਿਆਤ ਵੱਲੋਂ ਮੁਗਧ ਮੂੜ ਅਤੇ ਪਰਮਾਰਥ ਵੱਲੋਂ ਗਾਵਾਰ ਮੂਰਖ ਹਨ, ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਉੱਕਾ ਹੀ ਮਨ ਵਿੱਚ ਨਹੀਂ ਵਸਾਉਂਦੇ। ਮਾਇਆ ਕਾ ਭ੍ਰਮ ਅੰਧ ਪਿਰਾ ਜੀਓ,
ਹਰ ਮਾਰਗ ਕਿਉ ਪਾਏ। ਹੇ ਪਿਰਾ ਕਹੀਏ ਪਤੀ ਜੀ ਮਾਇਆ ਦਾ ਭਰਮ ਮਨ ਮੁੱਖਾਂ ਨੂੰ ਅੰਨਾ ਕਰਨ ਵਾਲਾ ਹੈ। ਇਸ ਲਈ ਉਹ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਗਿਆਨ ਵੈਰਾਗ ਰੂਪੀ ਮਾਰਗ ਰਸਤੇ ਨੂੰ ਕਿਸ ਪ੍ਰਕਾਰ ਪਾਉਣਾ ਕਰਨਗੇ। ਕਿਉ ਮਾਰਗ ਪਾਏ ਬਿਨ ਸਤਿਗੁਰ ਭਾਏ, ਮਨਮੁਖ ਆਪ ਗਣਾਏ। ਸਤਿਗੁਰਾਂ ਵਿੱਚ ਪ੍ਰੇਮ ਤੋਂ ਬਗੈਰ ਗਿਆਨ ਵੈਰਾਗ ਰੂਪੀ ਰਸਤੇ ਨੂੰ ਕਿਵੇਂ ਪਾਉਣਾ ਕਰਨਗੇ। ਕਿਉਂਕਿ ਮਨਮੁਖ ਲੋਕ ਆਪਾ ਭਾਵ ਹੀ ਸੰਸਾਰ ਵਿੱਚ ਗਣਾਏ ਹੁੰਦਾ ਜਤਾਉਂਦੇ ਆ, ਗਣਾਉਂਦੇ ਰਹਿੰਦੇ ਆ। ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਣੀ ਚਿਤ ਲਾਏ। ਹਰੀ ਵਾਹਿਗੁਰੂ ਦੇ ਚਾਕਰ ਸੇਵਕ ਹਮੇਸ਼ਾ ਹੀ ਸੁਖੀ ਰਹਿੰਦੇ ਹਨ, ਕਿਉਂਕਿ ਉਹ ਸਤਿਗੁਰਾਂ ਦੇ ਚਰਨਾਂ ਨਾਲ ਹਰ ਵਕਤ ਚਿੱਤ ਹਿਰਦੇ ਦੀ ਬਿਰਤੀ ਨੂੰ ਲਾ ਕਰਕੇ ਰੱਖਦੇ ਆ। ਜਿਸਨੋ ਹਰ ਜੀਉ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ। ਜਿਨ੍ਹਾਂ ਉੱਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦਇਆ ਦ੍ਰਿਸ਼ਟੀ ਧਾਰਦੇ ਹਨ, ਕਰਦੇ ਹਨ, ਉਹ ਸਦਾ ਹਮੇਸ਼ਾ ਹੀ ਵਾਹਿਗੁਰੂ ਦੇ ਗੁਣ ਜਸ ਨੂੰ ਗਾਉਂਦੇ ਹਨ। ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਨਾਮ ਰੂਪੀ ਰਤਨ ਕਰਕੇ ਜਗ ਸੰਸਾਰ ਵਿੱਚ ਆਤਮਾ ਦੀ ਪ੍ਰਾਪਤੀ ਦਾ ਲਾਭ ਪ੍ਰਾਪਤ ਹੁੰਦਾ ਹੈ। ਇਹ ਗਿਆਤ ਪਰਮੇਸ਼ਰ ਆਪ ਹੀ ਗੁਰਮੁਖਾਂ ਨੂੰ ਮੁਖੀ ਗੁਰਾਂ ਦੁਆਰਾ ਬੁਝਾਏ ਕਹੀਏ ਸਮਝਾਉਣਾ ਕਰਦਾ ਹੈ। ਰਾਗ ਗੌੜੀ ਸ਼ੰਤ ਮਹੱਲਾ ਪੰਜਵਾ। ਇਹ ਪਾਵਨ ਸ਼ਬਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਪਰਖ ਕਰੋ ਕਿ ਗੁਰਗੱਦੀ ਦੇ ਮਲਾਇਕ ਹਨ ਕਿ ਨਹੀਂ। ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਮਹਾਰਾਜ ਪਰਖਿਆਂ ਦਾ ਹੋਰ ਕੀ ਪਰਖਣਾ ਹੈ। ਇਹਨਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਵਰ ਦੇ ਗਏ ਸਨ ਕਿ ਇਹ ਤਾਂ ਬਾਣੀ ਦਾ ਜਹਾਜ਼ ਕਾਇਮ ਕਰਨਗੇ। ਦੋਹਿਤਾ ਬਾਣੀ ਕਾ ਬੋਹਿਤਾ। ਗੁਰੂ ਰਾਮਦਾਸ ਜੀ ਨੇ ਕਿਹਾ ਕਿ ਫਿਰ ਵੀ ਇਹਨਾਂ ਨੂੰ ਪਰਖਣਾ ਤਾਂ ਕਰੋ। ਬਾਬਾ ਬੁੱਢਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਕਾਂਤ ਵਿੱਚ ਬੈਠਿਆਂ ਦੇਖ ਕੇ ਉਹਨਾਂ ਪਾਸ ਗਏ ਅਤੇ ਕਹਿਣ ਲੱਗੇ ਕਿ ਤੁਹਾਡਾ ਸਤਿਗੁਰਾਂ ਅਤੇ ਨਾਮ ਨਾਲ ਕਿੰਨਾ ਕੁ ਪਿਆਰ ਹੈ। ਜੋ ਬਾਬਾ ਬੁੱਢਾ ਜੀ ਨਾਲ ਗੁਰਤਾ ਗੱਦੀ 'ਤੇ ਬੈਠਣ ਤੋਂ ਪਹਿਲਾਂ ਵਾਰਤਕ ਵਿਚਾਰ ਹੋਈ ਸੀ, ਉਸ ਨੂੰ ਗੁਰਤਾ ਗੱਦੀ 'ਤੇ ਬੈਠ ਕੇ ਗੌੜੀ ਰਾਗਣੀ ਵਿੱਚ ਸ਼ੰਤ ਜਸ ਰੂਪ ਬਾਣੀ ਮਹੱਲਾ ਪੰਜਵਾਂ ਪੰਜਵੇਂ ਸਰੂਪ ਉਚਾਰਨ ਕਰਦੇ ਹਨ। ਸੋ ਗੌੜੀ ਦੇ ਥੱਲੇ ਜੋ ਇੱਕ ਅੰਕ ਆਇਆ ਹੈ, ਇਸ ਦੀ ਵਿਚਾਰ ਅੰਗ 204 ਤੇ ਸ਼ਬਦ ਕਿਨ ਬਿਦ ਮਿਲੈ ਗੁਸਾਈ ਤੇ ਵਿਸਥਾਰ ਨਾਲ ਆ ਚੁੱਕੀ ਹੈ। ਸੋ ਆਓ ਅੱਗੇ ਆਪਾਂ ਮੰਗਲ ਕਰਦੇ ਹਨ ਸਤਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮੇਰਾ ਮਨ ਬੈਰਾਗ ਭਇਆ ਜੀਉ, ਕਿਉਂ ਦੇਖਾ ਪ੍ਰਭ ਦਾਤੇ। ਹੇ ਪਿਆਰੇ ਜੀ, ਮੇਰੇ ਮਨ ਵਿੱਚ ਸਤਿਗੁਰਾਂ ਦੇ ਮਿਲਣ ਦਾ ਬਹੁਤ ਬੈਰਾਗ ਪ੍ਰੇਮ ਹੋਇਆ ਹੈ। ਮੇਰੇ ਅੰਦਰ ਇਤਨਾ ਚਾਅ ਸੀ ਕਿ ਕਿਵੇਂ ਹਰੀ ਪਰਮੇਸ਼ਰ ਦਾਤੇ ਦੇ ਦਰਸ਼ਨ ਕਰਾਂ। ਅੰਮ੍ਰਿਤ ਨਾਮ ਦੇ ਬ੍ਰਹਮ ਗਿਆਨ ਅਤੇ ਮੁਕਤੀ ਦੇ ਦਾਤੇ ਪ੍ਰਭੂ ਅਕਾਲ ਪੁਰਖ ਦੇ ਕਿਸ ਪ੍ਰਕਾਰ ਦਰਸ਼ਨ ਦੇਖਣਾ ਕਰਾਂ। ਕਿਉਂਕਿ ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਮੇਰੇ ਮੀਤ ਸਖਾ ਹਰ ਜੀਓ, ਗੁਰ ਪੁਰਖ ਵਿਧਾਤੇ। ਹੇ ਹਰੀ ਅਕਾਲ ਪੁਰਖ ਜੀ, ਆਪ ਹੀ ਇਸ ਲੋਕ ਵਿੱਚ ਤੇ ਮਾਤਾ ਦੇ ਗਰਭ ਵਿੱਚ ਮੇਰੇ ਮੀਤ ਮਿੱਤਰ ਹੋ ਅਤੇ ਪਰਲੋਕ ਦੇ ਸਖਾ ਸਾਥੀ ਹੋ। ਤੁਸੀਂ ਹੀ ਮੇਰੇ ਗੁਰੂ ਹੋ। ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਤੇ ਵਿਧਾਤੇ ਫਲ ਬਰਦਾਤੇ ਹੋ। ਪੁਰਖੋ ਵਿਧਾਤਾ ਏਕ ਸਿਰੀ ਧਰ, ਕਿਉ ਮਿਲਹਿ ਤੁਝੈ ਉਡੀਣੀਆਂ। ਕਿਉਂ ਮਿਲਹਿ ਤੁਝੈ ਉਡੀਣੀਆਂ।
हे ਸਾਰਿਆਂ ਥਾਵਾਂ ਵਿੱਚ ਪੁਰਖੋ ਕਹੀਏ ਪੂਰਨ, ਵਿਧਾਤਾ ਕਹੀਏ ਕਰਮ ਫਲ ਪ੍ਰਦਾਤਾ। ਇੱਕੋ ਆਪਣੇ ਆਸਰੇ ਸ੍ਰੀ ਮਾਇਆ ਨੂੰ ਧਾਰਨ ਕਰਨ ਵਾਲੇ ਪਰਮੇਸ਼ਰ, ਅਸੀਂ ਕਿਸ ਪ੍ਰਕਾਰ ਤੁਹਾਡੇ ਤਾਈਂ ਮਿਲੀਏ, ਕਿਉਂਕਿ ਸਾਡੇ ਚਿੱਤ ਦੀਆਂ ਬਿਰਤੀਆਂ ਤੇਰੀ ਪ੍ਰਾਪਤੀ ਤੋਂ ਬਗੈਰ ਉਡੀਣੀਆਂ ਕਹੀਏ ਉਦਾਸ ਹੋ ਰਹੀਆਂ। ਕਰ ਕਰਹਿ ਸੇਵਾ ਕਰਹਿ ਸੇਵਾ ਸੀਸ ਚਰਣੀ, ਮਨ ਆਸ ਦਰਸ਼ਨ ਨਿਮਾਣੀਆਂ। ਮੇਰੇ ਕਰ ਕਹੀਏ ਹੱਥ ਆਪ ਜੀ ਦੀ ਸੇਵਾ ਟਹਿਲ ਕਰਦੇ ਰਹਿਣ ਤੇ ਸੀਸ ਸਿਰ ਚਰਨਾਂ ਕਮਲਾਂ ਤੇ ਟਿਕਿਆ ਰਹੇ। ਮੇਰੇ ਨਿਮਾਣੀਆਂ ਮਾਣ ਤੋਂ ਰਹਿਤ ਦੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਹੀ ਆਸਾ ਲੱਗੀ ਹੋਈ ਹੈ। ਸਾਸ ਸਾਸ ਨ ਘੜੀ ਵਿਸਰੈ, ਪਲ ਮੂਰਤ ਦਿਨ ਰਾਤੇ। ਹੇ ਪਰਮੇਸ਼ਰ ਜੀ ਕਿਰਪਾ ਕਰੋ। ਇੱਕ ਘੜੀ 60 ਪਲ ਦੀ ਇੱਕ ਘੜੀ ਹੁੰਦੀ ਹੈ। ਮੂਰਤ 2 ਘੜੀਆਂ, ਪਲ ਇੱਕ ਘੜੀ ਦੇ 60ਵੇਂ ਹਿੱਸੇ। ਜਿੰਨਾ ਸਮਾਂ ਤੇ ਰਾਤ ਦਿਨ ਭਾਵ 8 ਪਹਿਰ ਤੇਰੇ ਨਾਮ ਨੂੰ ਸਾਸ ਸਵਾਸ ਸਵਾਸ ਜਪਦੇ ਰਹੀਏ, ਕਦੇ ਵੀ ਭੁੱਲੀਏ ਨਾ। ਨਾਨਕ ਸਾਰਿੰਗ ਜਿਉ ਪਿਆਸੇ, ਕਿਉ ਮਿਲੀਐ ਪ੍ਰਭ ਦਾਤੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗਰੀਬ ਨਿਵਾਜ ਅੰਤਰਜਾਮੀ, ਜਿਵੇਂ ਸਾਰੰਗ ਬਬੀਹੇ ਸਵੰਤੀ ਬੂੰਦ ਦਾ ਪਿਆਸੇ ਕਹੀਏ ਤਿਹਾਏ ਹੁੰਦੇ ਆ, ਇਉਂ ਮੇਰਾ ਚਿੱਤ ਵੀ ਬੰਬੀਹੇ ਦੀ ਨਿਆਈ ਆਪ ਜੀ ਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਦਾ ਪਿਆਸਾ ਹੋ ਰਿਹਾ। ਇਸ ਲਈ ਹੇ ਪ੍ਰਭੂ ਪਰਮੇਸ਼ਰ ਦਾਤੇ ਦਾਤਾ ਜੀ, ਮੈਂ ਕਿਸ ਪ੍ਰਕਾਰ ਆਪ ਜੀ ਨੂੰ ਮਿਲਣਾ ਕਰਾਂ। ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ। ਹੇ ਪਰਮੇਸ਼ਰ ਜੀ, ਅਸੀਂ ਤੁਹਾਡੇ ਅੱਗੇ ਇੱਕ ਬਿਨੋ ਬੇਨਤੀ ਕਰਦੇ ਹਾਂ। ਇਸ ਲਈ ਹੇ ਪਿਆਰੇ ਕੰਤ ਪਤੀ ਪਰਮੇਸ਼ਰ, ਆਪ ਮੇਰੀ ਬੇਨਤੀ ਸੁਣਨਾ ਕਰੋ। ਮੇਰਾ ਮਨ ਤਨ ਮੋਹ ਲੀਆ ਜੀਓ, ਦੇਖ ਚਲਤ ਤੁਮਾਰੇ। ਹੇ ਸੱਚੇ ਪਾਤਸ਼ਾਹ ਜੀ, ਜਦ ਮੈਂ ਤੁਹਾਡੇ ਚਲਤ ਕੌਤਕਾਂ ਨੂੰ ਵੇਖਿਆ, ਤਦ ਤੁਸੀਂ ਮੇਰਾ ਮਨ ਅੰਤਿਸ਼ ਕਰਨ ਤਨ ਸਰੀਰ ਮੋਹਿਤ ਕਰ ਲਿਆ। ਚਲਤਾ ਤੁਮਾਰੇ ਦੇਖ ਮੋਹੀ, ਉਦਾਸ ਧਨ ਕਿਉ ਧੀਰਏ। ਤੁਹਾਡੇ ਚਲਤਾ ਕਹੀਏ ਕੌਤਕਾਂ ਨੂੰ ਦੇਖ ਕੇ ਮੇਰੀ ਬੁੱਧੀ ਮੋਹਿਤ ਹੋ ਗਈ। ਮੇਰੇ ਚਿੱਤ ਦੀ ਬਿਰਤੀ ਰੂਪ ਧਨ ਇਸਤਰੀ ਉਦਾਸ ਗਮਗੀਨ ਹੋ ਰਹੀ ਹੈ। ਇਸ ਨੂੰ ਕਿਵੇਂ ਧੀਰਜ ਆਵੇ। ਗੁਣਵੰਤ ਨਹਾ ਦਇਆਲ ਬਾਲਾ, ਸਰਬ ਗੁਣ ਭਰਪੂਰ ਏ। ਹੇ ਗੁਣਵੰਤ ਗੁਣਾਂ ਵਾਲੇ ਨਾਹ ਕਹੀਏ ਪਤੀ ਪਰਮੇਸ਼ਰ, ਆਪ ਬਾਲਾ ਵੱਡੇ ਦਿਆਲ ਦਇਆ ਦੇ ਘਰ ਆਲੂ ਦਇਆ ਦੇ ਘਰ ਹੋ। ਸਾਰਿਆਂ ਗੁਣਾਂ ਵਿੱਚ ਭਰਪੂਰ ਏ, ਲਬਾ ਲਬ ਭਰਪੂਰ ਹੋ। ਪਿਰ ਦੋਸ ਨਾਹੀ ਸੁਖ ਹੈ ਦਾਤੇ, ਹਉ ਵਿਛੜੀ ਬੁਰਿਆਰੇ। ਹੇ ਸਰਬ ਸੁੱਖਾਂ ਦੇ ਦਾਤੇ ਦਾਨੀ ਪਤੀ ਅਕਾਲ ਪੁਰਖ ਜੀ, ਆਪ ਵਿੱਚ ਤਾਂ ਕੋਈ ਦੋਸ਼ ਨਹੀਂ ਹੈ। ਮੈਂ ਹੀ ਬੁਰਿਆਰੇ ਬੁਰਿਆਂ ਕਰਮਾਂ ਕਾਮ ਕ੍ਰੋਧ ਲੋਭ ਮੋਹ ਹੰਗਤਾ ਮਮਤਾ ਕਰਕੇ ਆਪ ਨਾਲੋਂ ਵਿਛੜ ਚੁੱਕੀ ਹਾਂ। ਬਿਨਵੰਤ ਨਾਨਕ ਦਇਆ ਧਾਰੋ, ਘਰ ਆਵੋ ਨਾਹ ਪਿਆਰੇ। ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਹੇ ਪਿਆਰੇ ਨਾਹ ਪਤੀ ਅਕਾਲ ਪੁਰਖ, ਆਪ ਜੀ ਦਇਆ ਮਿਹਰ ਧਾਰਨਾ ਕਰੋ। ਮੇਰੇ ਅੰਤःਕਰਨ ਰੂਪੀ ਘਰ ਵਿੱਚ ਆ ਕਰਕੇ ਦਰਸ਼ਨ ਦੇਣਾ ਕਰੋ। ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਤੁਸੀਂ ਪਰਮੇਸ਼ਰ ਨਾਲ ਮਿਲਾਉਣ ਵਾਲੇ ਗੁਰੂ ਸਾਹਿਬ ਜੀ ਨੂੰ ਭੇਟਾ ਰੂਪ ਵਿੱਚ ਕੀ ਦਿਓਗੇ। ਗੁਰ ਉੱਤਰ ਬਖਸ਼ਿਸ਼ ਕਰਦੇ ਹਨ, ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ। ਹਉ ਮੈਂ ਕਹੀਏ ਹਉਮੈ ਛੱਡ ਕੇ ਮਨ ਅੰਤঃਕਰਨ ਅਰਪੀ ਭੇਟਾ ਕਰ ਦੇਵਾਂਗਾ। ਸਭ ਕਹੀਏ ਸਾਰਾ ਤਨ ਸਰੀਰ ਵੀ ਗੁਰਾਂ ਦੀ ਸੇਵਾ ਵਿੱਚ ਅਰਪੀ ਅਰਪ ਕਰ ਦੇਵਾਂਗਾ। ਅਤੇ ਸਭ ਕਹੀਏ ਸਾਰੇ ਇੰਦਰੇ ਪ੍ਰਾਣ ਰੂਪ ਦੇਸ਼ ਵੀ ਅਰਪਣ ਕਰ ਦੇਵਾਂਗਾ। ਹਉ ਸਿਰ ਅਰਪੀ, ਹਉ ਸਿਰ ਅਰਪੀ ਤਿਸ ਮੀਤ ਪਿਆਰੇ।
ਜੋ ਪ੍ਰਭ ਦੇ ਸਦੇਸਾ। हे ਪਿਆਰੇ ਜੀ, ਮੈਂ ਉਸ ਪਿਆਰੇ ਮੀਤ ਮਿੱਤਰ ਨੂੰ ਹੰਕਾਰ ਛੱਡ ਕੇ ਮਨ ਬਾਣੀ ਸਰੀਰ ਕਰਕੇ ਆਪਣਾ ਸੀਸ ਅਰਪੀ ਭੇਟਾ ਕਰ ਦੇਵਾਂਗਾ, ਜਿਹੜਾ ਮੈਨੂੰ ਪ੍ਰਭ ਵਾਹਿਗੁਰੂ ਤੇ ਮਿਲਣ ਦਾ ਸੁਨੇਹਾ ਦੇਣਾ ਕਰੇ। ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਮਹਾਰਾਜ, ਸਿਰ ਤਾਂ ਤੁਸੀਂ ਅਰਪਿਆ ਹੋਇਆ ਹੀ ਹੈ। ਅਰਪਿਆ ਤਸੀਸ ਸੁਥਾਨ ਗੁਰ ਪਹਿ, ਸੰਗ ਪ੍ਰਭੂ ਦਿਖਾਇਆ। हे ਪਿਆਰੇ ਜੀ, ਜਦੋਂ ਸੁਥਾਨ ਸ੍ਰੇਸ਼ਟ ਅਸਥਾਨ ਸਾਧ ਸੰਗਤ ਵਿੱਚ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪਹਿ ਕਹੀਏ ਪਾਸ ਆਪਣਾ ਸਿਰ ਭੇਟਾ ਕਰ ਦਿੱਤਾ ਹੈ, ਤਦ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਕਿ ਸਾਧ ਸੰਗਤ ਵਿੱਚ ਬਿਠਾ ਕੇ ਪ੍ਰਭੂ ਹਰੀ ਅਕਾਲ ਪੁਰਖ ਨੂੰ ਨਾਲ ਹੀ ਦਿਖਾ ਦਿੱਤਾ ਹੈ। ਖਿਨ ਮਾਹਿ ਸਗਲਾ ਦੁਖ ਮਿਟਿਆ, ਮਨੋਂ ਚਿੰਦਿਆ ਪਾਇਆ। ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਈ ਤਾਂ ਇੱਕ ਖਿਨ ਦੇ ਵਿੱਚ ਹੀ ਸਾਰਾ ਦੁੱਖ ਮਿਟ ਗਿਆ ਅਤੇ ਮਨੋਂ ਚਿੰਦਿਆ। ਮਨ ਇੱਛਤ ਫਲ ਪਾਲੇ, ਸੰਸਾਰ ਦੇ ਦੁੱਖਾਂ ਦੀ ਨਿਵਰਤੀ, ਧਰਮ ਅਰਥ ਕਾਮ ਮੋਖ ਆਦਿਕ ਅਤੇ ਜੋ ਮਨ ਵਿੱਚ ਪਰਮਾਨੰਦ ਦੀ ਪ੍ਰਾਪਤੀ ਦੀ ਚਿਤਵਣੀ ਸੀ, ਉਸ ਨੂੰ ਪ੍ਰਾਪਤ ਕਰ ਲਿਆ। ਦਿਨ ਰੈਣ ਰਲਿਆ ਕਰੈ ਕਾਮਣ, ਮਿਟੇ ਸਗਲ ਅੰਦੇਸਾ। ਹੁਣ ਮੈਂ ਜਗਿਆਸੂ ਰੂਪ ਕਾਮਣ ਇਸਤਰੀ ਦਿਨ ਰੈਣ ਰਾਤ ਦਿਨ ਹੀ ਰਲਿਆ ਖੁਸ਼ੀਆਂ ਕਰਦੀ ਹਾਂ ਅਤੇ ਪ੍ਰਮਾਣ ਪ੍ਰਮੇਯ ਵਿਪਰਜੇ ਆਦਿ ਸਾਰੇ ਹੀ ਸੰਸੇ ਵੀ ਮਿਟੇ ਨਾਸ ਹੋ ਚੁੱਕੇ ਹਨ। ਬਿਨਵੰਤ ਨਾਨਕ ਕੰਤ ਮਿਲਿਆ, ਲੋੜ ਤੇ ਹਮ ਜੈਸਾ। ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ हे ਪਿਆਰੇ, ਜਿਸ ਪ੍ਰਕਾਰ ਦਾ ਅਸੀਂ ਲੋੜ ਤੇ ਚਾਹੁੰਦੇ ਸੀ, ਉਸ ਤਰ੍ਹਾਂ ਹੀ ਪਤੀ ਪਰਮੇਸ਼ਰ ਆ ਕੇ ਸਾਨੂੰ ਮਿਲ ਗਿਆ। ਫਿਰ ਪ੍ਰਸ਼ਨ ਕਰਦੇ ਬਾਬਾ ਬੁੱਢਾ ਸਾਹਿਬ ਜੀ ਪੁੱਛਣ ਲੱਗੇ ਕਿ ਮਹਾਰਾਜ, ਜਦੋਂ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਸੀ ਤਦ ਤੁਹਾਨੂੰ ਕਿਹੋ ਜਿਹਾ ਆਨੰਦ ਮਹਿਸੂਸ ਹੋਇਆ? ਗੁਰ ਉੱਤਰ ਬਖਸ਼ਿਸ਼ ਕਰ ਰਹੇ ਹਨ, ਮੇਰਾ ਮਨ ਆਨੰਦ ਭਇਆ ਜੀਉ, ਵੱਜੀ ਵਾਧਾਈ। हे ਪਿਆਰੇ ਜੀ, ਉਸ ਵਕਤ ਮੇਰੇ ਅੰਤਸ਼ਕਰਨ ਵਿੱਚ ਸਾਖਿਆਤਤਾ ਦਾ ਆਨੰਦ ਹੋਇਆ। ਚਿੱਤ ਦਵੈਤ ਤੋਂ ਰਹਿਤ ਅਦਵੈਤ ਆਨੰਦ ਦੇ ਸਹਿਤ ਹੋ ਗਿਆ। ਇਉਂ ਮਨ ਵਿੱਚ ਵਾਧਾਈ ਖੁਸ਼ੀ ਵੱਜੀ ਕਹੀਏ ਪ੍ਰਗਟ ਹੋਈ ਹੈ। ਵਧਾਈਆਂ ਵੱਜਣ ਲੱਗ ਪਈਆਂ ਹਨ। ਘਰ ਲਾਲ ਆਇਆ ਪਿਆਰਾ, ਸਭ ਤਿਖਾ ਬੁਝਾਈ। ਜਦ ਪਿਆਰਾ ਲਾਲ ਪ੍ਰੀਤਮ ਪਰਮੇਸ਼ਰ ਘਰ ਹਿਰਦੇ ਵਿੱਚ ਸਾਖਿਆਤ ਹੋ ਆਇਆ, ਤਦ ਸਾਰੀ ਹੀ ਰਸਾਂ ਕਸਾਂ ਅਤੇ ਵਿਛੋੜੇ ਦੀ ਤ੍ਰੇਹ ਬੁਝ ਭਾਵ ਦੂਰ ਹੋ ਗਈ। ਮਿਲਿਆ ਤਾਂ ਲਾਲ ਗੋਪਾਲ ਠਾਕੁਰ, ਸਖੀ ਮੰਗਲ ਗਾਇਆ। हे ਪਿਆਰੇ ਜੀ, ਜਦੋਂ ਤੋਂ ਗੋਪਾਲ ਗੋ ਪ੍ਰਿਥਵੀ ਦਾ ਪਾਲਕ ਲਾਲ ਪਿਆਰਾ ਠਾਕੁਰ ਸੁਆਮੀ ਪਰਮੇਸ਼ਰ ਮਿਲ ਪਿਆ ਹੈ, ਤਦ ਤੋਂ ਮਹਾਤਮਾ ਰੂਪ ਸਖੀਆਂ ਨੇ, ਇੰਦਰੀਆਂ ਰੂਪ ਸਖੀਆਂ ਨੇ, ਬਿਰਤੀ ਰੂਪ ਸਖੀਆਂ ਨੇ ਪਰਮੇਸ਼ਰ ਦੇ ਮੰਗਲ ਜਸ ਨੂੰ ਗਾਇਨ ਕਰਨਾ ਕੀਤਾ ਹੈ। ਸਭ ਮੀਤ ਬੰਦਪ ਹਰਖ ਉਪਜਿਆ, ਦੂਤ ਥਾਉ ਗਵਾਇਆ। ਉਸ ਵੇਲੇ ਸਾਰੇ ਮੀਤ ਮਿੱਤਰਾਂ ਬੰਦਪ ਸੰਬੰਧੀਆਂ ਦੇ ਮਨ ਵਿੱਚ ਹਰਖ ਖੁਸ਼ੀ ਉਤਪੰਨ ਹੋਈ। ਸਾਰੇ ਵੈਰਾਗ ਵਿਵੇਕ ਰੂਪੀ ਮਿੱਤਰਾਂ ਤੇ ਸ਼ਰਵਣ ਮੰਨਣ ਨਿਧਿਆਸਨ ਰੂਪੀ ਸੰਬੰਧੀਆਂ ਨੂੰ ਬਹੁਤ ਹਰਖ ਖੁਸ਼ੀ ਉਪਜਿਆ ਪੈਦਾ ਹੋਈ ਅਤੇ ਅੰਤਸ਼ਕਰਨ ਵਿੱਚੋਂ ਕਾਮ ਕ੍ਰੋਧ ਲੋਭ ਰੂਪੀ ਦੂਤਾਂ ਦੇ ਥਾਂ ਭਾਵ ਗਿਆਨ ਨੂੰ ਗੁਆ ਦਿੱਤਾ, ਭਾਵ ਮੇੜ ਦਿੱਤਾ ਹੈ। ਅਨਹਤ ਵਾਜੇ ਵੱਜਹਿ ਘਰ ਮਹਿ, ਫਿਰ ਸੰਗ ਸੇਜ ਵਿਛਾਈ। ਮੇਰੇ ਹਿਰਦੇ ਰੂਪੀ ਘਰ ਵਿੱਚ ਨਾਸ਼ ਤੋਂ ਰਹਿਤ ਇੱਕ ਰਸ ਸਿਮਰਨ ਰੂਪੀ ਵਾਜੇ ਵੱਜ ਰਹੇ ਹਨ। ਨਾਸ ਤੋਂ ਰਹਿਤ ਪਰਮੇਸ਼ਰ ਨੂੰ ਇੱਕ ਰਸ ਉਚਾਰਨੇ ਕਰਕੇ ਘਰ ਕਹੀਏ ਅੰਤਸ਼ਕਰਨ ਵਿੱਚ ਹਰੀ ਵਜ੍ਜਹ ਪ੍ਰਗਟ ਹੋ ਗਿਆ, ਜਿਸ ਕਰਕੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਅੰਗ ਸੰਗ ਜਾਣ ਕੇ ਸ਼ਰਧਾ ਅਤੇ ਅੰਤਹਿਕਰਨ ਰੂਪੀ
ਸੇਜਾ ਵਿਛਾਈ ਕਈਏ ਵਿਛਾਉਣਾ ਕੀਤੀ ਹੈ। ਬਿਨਵੰਤ ਨਾਨਕ ਸਹਿਜ ਰਹਿ, ਹਰ ਮਿਲਿਆ ਕੰਤ ਸੁਖਦਾਈ। ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਹੁਣ ਮੇਰੀ ਬਿਰਤੀ ਸ਼ਾਂਤ ਸਰੂਪ ਸਹਿਜ ਸਰੂਪ ਵਿੱਚ ਜੁੜੀ ਰਹਿੰਦੀ ਹੈ, ਜਿਸ ਕਰਕੇ ਹਰੀ ਅਕਾਲ ਪੁਰਖ ਸੁਖਦਾਈ ਸੁਖਦਾਤਾ ਕੰਤ ਪਤੀ ਪਰਮੇਸ਼ਰ ਮੈਨੂੰ ਮਿਲ ਗਿਆ ਹੈ। ਗੌੜੀ ਮਹੱਲਾ ਪੰਜਵਾ। ਇਹ ਪਾਵਨ ਸ਼ਬਦ ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਿਆਰੀ ਹੋ ਗਈ, ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖਾਂ ਦੇ ਕਹਿਣ ਤੋਂ ਸੋਚਿਆ ਕਿ ਲੋਕ ਆਪਣੀਆਂ ਕਵਿਤਾਵਾਂ ਬਣਾ ਕੇ ਨਾਨਕ ਨਾਮ ਲਿਖਣ ਲੱਗ ਪਏ ਹਨ। ਇਹ ਯੋਗ ਨਹੀਂ। ਗੁਰੂ ਪਾਤਸ਼ਾਹ ਜੀ ਨੇ ਸੰਗਤ ਵਿੱਚ ਆਪਣਾ ਸੰਕਲਪ ਪ੍ਰਗਟ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਿਰੋਲ ਹੀ ਰਹਿਣੀ ਚਾਹੀਦੀ ਹੈ ਅਤੇ ਹਰਿਮੰਦਰ ਸਾਹਿਬ ਵਿੱਚ ਗੁਰਬਾਣੀ ਦਾ ਪੂਜਨ ਹੋਣਾ ਚਾਹੀਦਾ ਹੈ। ਸਾਰੇ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਬਾਣੀ ਮੰਗਵਾ ਲਈ, ਪਰ ਜਿਸ ਵੇਲੇ ਪਤਾ ਲੱਗਾ ਕਿ ਸਮੱਗਰ ਬਾਣੀ ਬਾਬਾ ਮੋਹਨ ਜੀ ਪਾਸ ਗੋਇੰਦਵਾਲ ਸਾਹਿਬ ਵਿਖੇ ਚੌਹਾਂ ਗੁਰਾਂ ਦੀ ਬਾਣੀ ਲਿਖ ਕੇ ਰੱਖੀ ਹੈ, ਗੁਰਾਂ ਨੇ ਦੀਵਾਨ ਵਿੱਚ ਬਚਨ ਕੀਤਾ ਕਿ ਹੇ ਭਾਈ, ਬਾਬਾ ਮੋਹਨ ਜੀ ਦੇ ਪਾਸ ਜੋ ਬਾਣੀ ਹੈ ਉਹ ਕਿਵੇਂ ਆ ਸਕਦੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਕਿ ਮੈਨੂੰ ਆਗਿਆ ਬਖਸ਼ੋ, ਮੈਂ ਜਾ ਕੇ ਲਿਆਉਂਦਾ ਹਾਂ। ਗੁਰੂ ਜੀ ਦਾ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਚਾਲੇ ਪਾ ਦਿੱਤੇ। ਗੋਇੰਦਵਾਲ ਪਹੁੰਚ ਕੇ ਬਾਬਾ ਮੋਹਨ ਜੀ ਦੇ ਚੁਬਾਰੇ ਪਰ ਆ ਕੇ ਬਹੁਤ ਬੇਨਤੀਆਂ ਕੀਤੀਆਂ, ਪਰ ਉਹ ਸਮਾਧੀ ਵਿੱਚ ਮਸਤ ਸਨ। ਉਹਨਾਂ ਨੇ ਬੂਹੇ ਨਾ ਖੋਲ੍ਹੇ। ਆਖਰ ਹਾਰ ਕੇ ਭਾਈ ਸਾਹਿਬ ਜੀ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਮੈਂ ਤਾਂ ਸਾਰੀ ਰਾਤ ਖਲੋ ਕੇ ਬੇਨਤੀਆਂ ਕਰਦਾ ਰਿਹਾ ਹਾਂ, ਪਰ ਉਹਨਾਂ ਨੇ ਬੂਹਾ ਨਹੀਂ ਖੋਲ੍ਹਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਮਹਾਰਾਜ, ਮੈਨੂੰ ਆਗਿਆ ਬਖਸ਼ੋ, ਮੈਂ ਜਾ ਕੇ ਲਿਆਉਂਦਾ ਹਾਂ। ਗੁਰੂ ਜੀ ਨੇ ਕਿਹਾ ਕਿ ਤੁਸੀਂ ਚਲੇ ਜਾਓ। ਇਹ ਬਚਨ ਸੁਣ ਕੇ ਬਾਬਾ ਬੁੱਢਾ ਜੀ ਚੱਲ ਪਏ। ਗੋਇੰਦਵਾਲ ਸਾਹਿਬ ਪਹੁੰਚ ਕੇ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਫਿਰ ਚੁਬਾਰੇ ਪਾਸ ਆਏ। ਬੂਹੇ ਬੰਦ ਵੇਖ ਕੇ ਬੇਨਤੀ ਕੀਤੀ ਕਿ ਬਾਬਾ ਜੀ, ਮੇਰਾ ਨਾਂ ਬੁੱਢਾ ਹੈ, ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ, ਬੂਹੇ ਖੋਲ੍ਹ ਕੇ ਮੇਰੀ ਬੇਨਤੀ ਸੁਣਨਾ ਕਰੋ। ਬਥੇਰਾ ਉੱਚੀ ਉੱਚੀ ਬੋਲ ਕੇ ਬੂਹੇ ਖੜਕਾਏ, ਪਰ ਬਾਬਾ ਮੋਹਨ ਜੀ ਨਾ ਬੋਲੇ। ਜਦ ਦਰਵਾਜ਼ਾ ਨਾ ਖੋਲ੍ਹਿਆ ਤਾਂ ਬਾਬਾ ਬੁੱਢਾ ਜੀ ਨੇ ਦਰਵਾਜ਼ੇ ਦੀ ਚੂਲ ਪੁੱਟ ਕੇ ਦਰਵਾਜ਼ਾ ਖੋਲ੍ਹ ਲਿਆ ਤਾਂ ਕੀ ਦੇਖਿਆ ਕਿ ਬਾਬਾ ਮੋਹਨ ਜੀ ਤਾਂ ਪਦਮਾਸਨ ਧਾਰ ਕੇ ਇੱਕ ਰਸ ਅਡੋਲ ਸਮਾਧੀ ਵਿੱਚ ਲੀਨ ਹਨ। ਸਰੀਰ ਨੂੰ ਬਥੇਰਾ ਹਿਲਾਇਆ, ਪਰ ਸਮਾਧੀ ਫੇਰ ਵੀ ਨਾ ਖੁੱਲ੍ਹੀ। ਇਤਨੇ ਨੂੰ ਭਾਈ ਮੋਹਰੀ ਜੀ ਨੂੰ ਪਤਾ ਲੱਗਾ। ਉਹ ਆ ਗਏ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਗੁਰਮੁਖ ਹੋ, ਇਹ ਮਸਤ ਸੁਭਾਅ ਵਾਲੇ ਹਨ। ਜੇਕਰ ਇਹਨਾਂ ਦੀ ਸਮਾਧੀ ਖੁੱਲ੍ਹ ਗਈ ਤਾਂ ਤੁਹਾਨੂੰ ਕੋਈ ਕਠੋਰ ਬਚਨ ਬੋਲ ਕੇ ਸਰਾਪ ਦੇ ਦੇਣਗੇ ਅਤੇ ਤੁਹਾਡਾ ਬਚਨ ਵੀ ਪੂਰਾ ਹੋ ਜਾਂਦਾ ਹੈ। ਇਸ ਲਈ ਗੁਰੂ ਘਰ ਵਿੱਚ ਕੋਈ ਅਨਰਥ ਹੋ ਜਾਵੇਗਾ। ਚੰਗੀ ਗੱਲ ਹੈ ਜੇਕਰ ਤੁਸੀਂ ਵਾਪਸ ਚਲੇ ਜਾਵੋ। ਇਸ ਕਰਕੇ ਬਾਬਾ ਬੁੱਢਾ ਜੀ ਵੀ ਨਿਰਾਸ਼ ਹੀ ਵਾਪਸ ਆ ਗਏ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸੋਚ ਕਰਕੇ ਗੁਰ ਕਾ ਸ਼ਬਦ ਗੁਰ ਥੈ ਟਿਕੈ, ਹੋਰ ਥੈ ਪ੍ਰਗਟ ਨਾ ਹੋਏ, ਬਾਣੀ ਨੂੰ ਪ੍ਰਗਟ ਕਰਨ ਵਾਸਤੇ ਆਪ ਗੁਰੂ ਸਾਹਿਬ ਜੀ ਨੰਗੇ ਪੈਰੀਂ ਚੱਲ ਕੇ ਸੰਮਤ 1649 ਵਿੱਚ ਗੋਇੰਦਵਾਲ ਸਾਹਿਬ ਆ ਪਹੁੰਚੇ। ਪਹਿਲੇ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਧਰ ਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਉਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੂਖਮ ਰੂਪ ਵਿੱਚ ਸਿਰ 'ਤੇ ਹੱਥ ਰੱਖ ਕੇ ਕਿਹਾ, ਪੁੱਤਰ ਮੋਹਨ ਜੀ ਦੀ ਕੀਰਤੀ ਕਰਕੇ ਪੋਥੀਆਂ ਲੈ ਕੇ ਜਾਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਣਾ ਕੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨਾ। ਮੋਹਨ ਜੀ ਭਾਵੇਂ ਕਿਤਨੇ ਵੀ ਕਠੋਰ ਬਚਨ ਆਖਣ, ਪਰ ਤੁਸੀਂ ਨਿਮਰਤਾ ਰੱਖਣੀ, ਕੀਰਤਨ ਕਰੀ ਜਾਣਾ। ਫਿਰ ਉਹ ਆਪ ਹੀ ਨਿਮਰੀ ਭੂਤ ਹੋ ਕੇ ਪੋਥੀਆਂ ਦੇ ਦੇਣਗੇ। ਇਹ ਬਚਨ ਕਹਿ ਕੇ ਗੁਰੂ ਅਮਰਦਾਸ ਜੀ ਅੰਤਰ ਧਿਆਨ ਹੋ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਨੂੰ ਪ੍ਰਾਪਤ ਕਰਨ ਲਈ ਚੁਬਾਰੇ ਦੇ ਅੱਗੇ ਗਲੀ ਵਿੱਚ ਬੈਠ ਕੇ ਤੰਬੂਰਾ ਲੈ ਕੇ ਨਿਮਰਤਾ ਨਾਲ ਕੀਰਤਨ ਕਰਨ ਲੱਗੇ। ਜਦੋਂ ਪਹਿਲਾ ਸ਼ਬਦ ਗੌੜੀ ਰਾਗ ਦਾ ਇਹ ਗਾਉਣ ਲੱਗ ਪਏ। ਇਹ ਸਾਰੀ ਉਥਾਨਕਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ
ਰਾਸ ਤੀਜੀ ਅੰਸੂ 34ਵੀਂ ਤੇ ਹੈ, ਉੱਥੇ ਵਿਸਥਾਰ ਨਾਲ ਪੜ੍ਹੀ ਜਾ ਸਕਦੀ ਹੈ। ਸਿੱਖ ਦਰੀਆਂ ਗਲੀਚੇ ਲਿਆਏ, ਪਰ ਗੁਰੂ ਅਰਜਨ ਦੇਵ ਜੀ ਨੇ ਮਨ੍ਹਾ ਕਰ ਦਿੱਤਾ। ਅੱਜ ਅਸੀਂ ਕੁਝ ਲੈਣ ਆਏ ਹਾਂ। ਲੈਣ ਵਸ ਲੋੜਵੰਦ ਗਲੀਚਿਆਂ 'ਤੇ ਨਹੀਂ, ਦੁਆਰੇ 'ਤੇ ਖੜਦਾ ਹੈ। ਇਸ ਲਈ ਸਤਿਗੁਰਾਂ ਨੇ ਚੁਬਾਰੇ ਦੇ ਸਾਹਮਣੇ ਗਲੀ ਵਿੱਚੋਂ ਨੀਵੇਂ ਬੈਠ ਕੇ ਕੀਰਤਨ ਕੀਤਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਹੇ ਬਾਬਾ ਮੋਹਨ ਜੀ, ਤੇਰੇ ਬੜੇ ਸੋਹਣੇ ਉੱਚੇ ਕਈਏ ਉੱਚੇ ਚੁਬਾਰਾ ਮੰਦਰ ਹਨ, ਸਾਹਿਬ ਜੀ ਬਣੇ ਹੋਏ ਹਨ। ਅਪਾਰਾ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਨਾਮ ਰੂਪ ਬਾਣੀ ਦੀਆਂ ਪੋਥੀਆਂ ਹੋਣ ਕਰਕੇ ਸੁੰਦਰ ਮਹਿਲ ਮਕਾਨ ਬਣੇ ਹੋਏ ਹਨ। ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਹੇ ਬਾਬਾ ਮੋਹਨ ਜੀ, ਤੁਹਾਡੇ ਦੁਆਰ ਦਰਵਾਜ਼ੇ 'ਤੇ ਸੰਤਾਂ ਮਹਾਤਮਾ ਦੇ ਨਿਵਾਸ ਕਰਨ ਵਾਲੀ ਧਰਮਸ਼ਾਲਾ, ਧਰਮ ਦੀ ਥਾਂ ਸੁਹੰਦੀ ਭਾਵ ਸੋਭ ਰਹੀ ਹੈ। ਇੱਥੇ ਇੱਕ ਧਰਮਸ਼ਾਲਾ ਸੀ ਜਿਸ ਵਿੱਚ ਸੰਤ ਭਗਤ ਸਤਸੰਗਤ ਲਈ ਇਕੱਤਰ ਹੁੰਦੇ ਸਨ। ਧਰਮਸਾਲ ਅਪਾਰ ਦਇਆਰ ਠਾਕੁਰ ਸਦਾ ਕੀਰਤਨ ਗਾਵਹੇ। ਪਾਰਾਵਾਰ ਤੋਂ ਰਹਿਤ ਦਇਆਰ ਦਿਆਲੂ ਠਾਕੁਰ ਸੁਆਮੀ ਦੀ ਧਰਮਸ਼ਾਲਾ ਵਿੱਚ ਹਮੇਸ਼ਾ ਹੀ ਸੰਗਤਾਂ ਪਰਮੇਸ਼ਰ ਦੇ ਕੀਰਤਨ ਜਸ ਨੂੰ ਗਾਉਂਦੀਆਂ ਹਨ। ਜਹ ਸਾਧ ਸੰਤ ਇਕੱਤਰ ਹੋਵੈ ਤਹਾ ਤੁਝੈ ਧਿਆਵਹੇ। ਹੇ ਬਾਬਾ ਮੋਹਨ ਜੀ, ਜਿੱਥੇ ਵੀ ਸਾਧ ਸੰਗਤ ਸਾਧੂ ਮਹਾਤਮਾ ਸਾਧ ਸਾਧਨ ਕਰਨ ਵਾਲੇ ਸ਼ਾਂਤ ਚਿੱਤ ਵਾਲੇ ਗੁਰਸਿੱਖ ਇਕੱਠੇ ਹੁੰਦੇ ਹਨ, ਉੱਥੇ ਤੁਹਾਨੂੰ ਗੁਰੂ ਸਪੁੱਤਰ ਜਾਣ ਕੇ ਧਿਆਵਹੇ ਕਹੀਏ ਯਾਦ ਕਰਦੇ ਹਨ। ਕਿਤਨੇ ਬਚਨਾਂ ਦੇ ਬਲੀ ਹਨ। ਕਰ ਦਇਆ ਮਇਆ ਦਇਆਲ ਸੁਆਮੀ ਹੋ ਦੀਨ ਕਿਰਪਾਰਾ। ਹੇ ਦਇਆ ਦਿਆਲੂ ਮਇਆ ਸਰੂਪ ਸੁਆਮੀ ਮਾਲਕ ਪਰਮੇਸ਼ਰ ਭਗਤਾਂ ਦੇ ਪਿੱਛੇ ਵੀ ਦਇਆ ਕਰਦਾ ਆਇਆ ਹੈ। ਹੁਣ ਵੀ ਦਿਆਲੂ ਸਰੂਪ ਮਿਹਰਬਾਨੀ ਕਰੋ ਮੇਰੇ ਦੀਨ ਗਰੀਬ ਉੱਤੇ। ਕਿਰਪਾਰਾ ਕਹੀਏ ਕਿਰਪਾਲੂ ਹੋਵੋ, ਤਾਂ ਕਿ ਜਿਸ ਕਾਰਜ ਲਈ ਮੈਂ ਆਇਆ ਹਾਂ ਉਹ ਬਾਣੀ ਦੀ ਇਕੱਤਰਤਾ ਵਾਲਾ ਕਾਰਜ ਸੰਪੂਰਨ ਹੋਵੇ। ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ। ਗੁਰੂ ਜੀ ਬਿਨਵੰਤ ਕਹੀਏ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਹੇ ਬਾਬਾ ਮੋਹਨ ਜੀ, ਅਸੀਂ ਤੁਹਾਡੇ ਦਰਸ਼ਨਾਂ ਦੇ ਪਿਆਸੇ ਤਿਹਾਏ ਭਾਵ ਲੋੜਵੰਦ ਹਾਂ। ਆਪ ਜੀ ਦੇ ਦਰਸ਼ਨਾਂ ਤੋਂ ਸਾਨੂੰ ਸਾਰਾ ਹੁੰਦਾ ਸ੍ਰੇਸ਼ਟ ਸੁੱਖ ਮਿਲਦਾ, ਭਾਵ ਪ੍ਰਾਪਤ ਹੁੰਦਾ। ਦਰਸ਼ਨ ਦੇ ਮਿਲਣ ਵਿੱਚ ਹੀ ਸਾਰਾ ਸੁੱਖ ਹੈ। ਅਸੀਂ ਵੱਡੇ ਗੁਰੂ ਸਾਹਿਬਾਨਾਂ ਦੀ ਨਾਮ ਰੂਪ ਬਾਣੀ ਦੀਆਂ ਪੋਥੀਆਂ ਦੇ ਦਰਸ਼ਕੀਏ ਦੀਦਾਰਾਂ ਦੇ ਪਿਆਸੇ ਤਿਹਾਏ ਹਾਂ, ਜਿਨ੍ਹਾਂ ਦੇ ਦੀਦਾਰ ਕਰਕੇ ਸਾਨੂੰ ਸਾਰਾ ਸ੍ਰੇਸ਼ਟ ਸੁੱਖ ਆਨੰਦ ਪ੍ਰਾਪਤ ਹੋਵੇਗਾ। ਜਿਸ ਵੇਲੇ ਸ਼ੰਤ ਦੀ ਇੱਕ ਪੌੜੀ ਉਚਾਰੀ ਤਾਂ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ। ਉੱਠ ਕੇ ਬਾਰੀ ਤਾਕੀ ਖੋਲ੍ਹ ਕੇ ਵੀ ਵੇਖਿਆ ਕਿ ਗੁਰੂ ਅਰਜਨ ਦੇਵ ਜੀ ਸੰਗਤ ਦੇ ਸਹਿਤ ਗਲੀ ਵਿੱਚ ਬੈਠੇ ਹੋਏ ਹੱਥ ਵਿੱਚ ਤੰਬੂਰਾ ਫੜ ਕੇ ਸ਼ਬਦ ਗਾਇਨ ਕਰ ਰਹੇ ਹਨ। ਪਰਖਣ ਵਾਸਤੇ ਕਹਿਣ ਲੱਗੇ ਕਿ ਪਹਿਲਾਂ ਸਾਡੇ ਘਰ ਵਿੱਚੋਂ ਤੁਸੀਂ ਸੋਢੀ ਗੁਰਿਆਈ ਲੈ ਗਏ ਅਤੇ ਹੁਣ ਬਾਣੀ ਲੈਣ ਵਾਸਤੇ ਆ ਗਏ। ਆਪਣੇ ਭਾਈਆਂ ਨੂੰ ਘਰੋਂ ਕੱਢ ਦਿੱਤਾ ਅਤੇ ਪਿਤਾ ਨੂੰ ਮਾਰ ਦਿੱਤਾ, ਆਪ ਗੁਰਗੱਦੀ ਸਾਂਭ ਲਈ ਹੈ। ਜਦੋਂ ਇਸ ਤਰ੍ਹਾਂ ਦੀਆਂ ਤਰਕਾਂ ਮਾਰਨ ਲੱਗੇ ਤਾਂ ਉਸ ਵੇਲੇ ਗੁਰੂ ਜੀ ਪਿਆਰ ਦੇ ਨਾਲ ਦੂਜੀ ਪੌੜੀ ਉਚਾਰਨ ਕਰਦੇ ਹਨ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਹੇ ਬਾਬਾ ਮੋਹਨ ਜੀ, ਤੁਹਾਡੇ ਬਚਨ ਬੋਲ ਉਪਮਾ ਤੋਂ ਰਹਿਤ ਹਨ ਅਤੇ ਦੁਨੀਆ ਵਿੱਚ ਦਸਮ ਦੁਆਰ ਵਿੱਚ ਸਮਾਧੀ ਲਾਉਣ ਵਾਲੀ ਤੇਰੀ ਚਾਲ ਕਹੀਏ ਰੀਤ ਤੋਰ ਨਿਰਾਲੀ ਵੱਖਰੀ ਹੈ। ਭਾਵ ਦੂਖਨ ਰੂਪ ਬਚਨਾਂ ਨੂੰ ਭੂਖਣ ਬਣਾ ਕੇ ਕਹਿੰਦੇ ਹਨ। ਮੋਹਨ ਜੀ, ਤੂੰ ਸੱਚ ਹੀ ਕਿਹਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਰੀਰ ਦੇ ਨਾਲ ਹੀ ਜੰਮਦੇ ਹਨ, ਤਾਂ ਇਹ ਭਾਈ ਹਨ। ਮੈਂ ਹਿਰਦੇ ਦੇ ਘਰ ਵਿੱਚੋਂ ਇਹਨਾਂ ਭਰਾਵਾਂ ਨੂੰ ਕੱਢ ਦਿੱਤਾ ਹੈ ਅਤੇ ਅਗਿਆਨ ਰੂਪ ਪਿਤਾ ਨੂੰ ਮਾਰ ਦਿੱਤਾ ਹੈ, ਕਿਉਂਕਿ ਅਗਿਆਨ ਹੀ ਸਾਰੇ ਸੰਸਾਰ ਨੂੰ ਰਚਣ ਵਾਲਾ ਹੈ। ਇਸ ਕਰਕੇ ਪਿਤਾ ਹੈ,
ਤੂੰ ਸੱਚ ਹੀ ਸੁੰਦਰ ਬਚਨ ਕਹੇ ਹਨ। ਮੋਹਨ ਤੂੰ ਮਨ ਹੈ ਏਕ ਜੀ, ਅਵਰ ਸਭ ਰਾਲੀ। ਹੇ ਬਾਬਾ ਮੋਹਨ ਜੀ, ਤੁਸੀਂ ਹਿਰਦੇ ਵਿੱਚ ਇੱਕ ਗੁਰੂ ਅਮਰਦਾਸ ਜੀ ਨੂੰ ਹੀ ਮੰਨਦੇ ਹੋ। ਅਵਰ ਹੋਰਨਾਂ ਸਭਨਾਂ ਨੂੰ ਰਾਲੀ ਕੀਏ ਧੂੜ ਦੀ ਨਿਆਈ, ਖਾਕ ਦੀ ਨਿਆਈ ਮਿਥਿਆ ਨਿਸ਼ਚੇ ਕਰਦੇ ਹੋ। ਮਾਨਹਿ ਤਾਂ ਏਕ ਅਲੇਖ ਠਾਕੁਰ, ਜਿਨਹਿ ਸਭ ਕਲ ਧਾਰੀਆ। ਤੁਸੀਂ ਤਾਂ ਇੱਕ ਅਲੇਖ ਅਲੱਖ ਸਰੂਪ ਠਾਕੁਰ ਸੁਆਮੀ ਪਰਮੇਸ਼ਰ ਨੂੰ ਮੰਨਦੇ ਹੋ, ਜਿਸ ਵਾਹਿਗੁਰੂ ਨੇ ਸਾਰੀਆਂ ਹੀ ਕਲ ਸ਼ਕਤੀਆਂ ਧਾਰੀਆਂ ਹੋਈਆਂ ਹਨ। ਤੁਧ ਬਚਨ ਗੁਰ ਕੈ ਵਸ ਕੀਆ, ਆਦ ਪੁਰਖ ਬਨਵਾਰੀਆ। ਸੰਸਾਰ ਦਾ ਆਦ ਮੁੱਢ ਰੂਪ ਪੁਰਖ ਪੂਰਨ ਬਨਵਾਰੀਆ ਸੰਸਾਰ ਬੰਦੇ ਮਾਲਕ ਪਰਮੇਸ਼ਰ ਦੀ ਜੋ ਨਾਮ ਰੂਪ ਗੁਰਾਂ ਦੀ ਬਾਣੀ ਹੈ, ਉਹ ਤੁਸੀਂ ਗੁਰਾਂ ਦੇ ਬਚਨ ਉਪਦੇਸ਼ ਦੀਆਂ ਨਾਮ ਰੂਪ ਬਾਣੀ ਵਾਲੀਆਂ ਪੋਥੀਆਂ ਆਪਣੇ ਵਸ ਅਧੀਨ ਭਾਵ ਕੋਲ ਰੱਖੀਆਂ ਹੋਈਆਂ ਹਨ। ਤੂੰ ਆਪ ਚੱਲਿਆ ਆਪ ਕਹਿਆ, ਆਪ ਸਭ ਕਲ ਧਾਰੀਆ। ਹੇ ਬਾਬਾ ਮੋਹਨ ਜੀ, ਤੁਸੀਂ ਆਪ ਹੀ ਗੁਰੂ ਅਮਰਦਾਸ ਰੂਪ ਹੋ ਕੇ ਸੰਸਾਰ ਤੋਂ ਚੱਲਿਆ ਭਾਵ ਜੋਤੀ ਜੋਤ ਸਮਾਉਣਾ ਕੀਤਾ ਹੈ, ਭਾਵ ਸੱਚਖੰਡ ਨੂੰ ਜਾਣਾ ਕੀਤਾ ਹੈ, ਅਤੇ ਆਪ ਹੀ ਮੋਹਨ ਰੂਪ ਹੋ ਕੇ ਇੱਥੇ ਚੁਬਾਰੇ ਵਿੱਚ ਸਥਿਤ ਹੋ ਰਿਹਾ ਹੈ, ਭਾਵ ਪਿਤਾ ਅਤੇ ਪੁੱਤਰ ਇੱਕੋ ਰੂਪ ਹੀ ਹੁੰਦੇ ਹਨ। ਆਪ ਹੀ ਸਾਰੀਆਂ ਸਿੱਧੀਆਂ ਰੂਪ ਕਲ ਨਾਮ ਸ਼ਕਤੀਆਂ ਦਾ ਹੈ। ਸ਼ਕਤੀਆਂ ਨੂੰ ਧਾਰਿਆ ਕਹੀਏ ਧਾਰਨ ਕੀਤਾ ਹੋਇਆ ਹੈ। ਬਿਨਵੰਤ ਨਾਨਕ ਪੈਜ ਰਾਖੋ, ਸਭ ਸੇਵਕ ਸਰਨ ਤੁਮਾਰੀਆ। ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਅਸੀਂ ਪ੍ਰਤੱਗਿਆ ਕਰਕੇ ਆਏ ਸੀ ਕਿ ਬਾਣੀ ਲੈ ਕੇ ਆਵਾਂਗੇ। ਇਸ ਪੈਜ ਇੱਜ਼ਤ ਨੂੰ ਰੱਖਣਾ ਕਰੋ। ਸਾਰੇ ਸੇਵਾ ਕਰਨ ਵਾਲੇ ਗੁਰਸਿੱਖਾਂ ਸਮੇਤ ਤੁਹਾਡੀ ਸ਼ਰਨ ਓਟ ਵਿੱਚ ਆਏ ਹਾਂ। ਜਿਸ ਵਕਤ ਸ਼ੰਤ ਦੀ ਦੂਜੀ ਪੌੜੀ ਦਾ ਭੋਗ ਪਾਇਆ ਤਾਂ ਬਾਬਾ ਮੋਹਨ ਜੀ ਨੇ ਇਹ ਨਿਮਰਤਾ ਪੂਰਵਕ ਸ਼ਬਦ ਸੁਣੇ। ਉਸੇ ਵੇਲੇ ਰਹਿ ਨਾ ਹੋਇਆ, ਚੁਬਾਰੇ ਵਿੱਚੋਂ ਪੋਥੀਆਂ ਸਿਰ 'ਤੇ ਚੁੱਕ ਕੇ ਪੌੜੀਆਂ ਉਤਰਨ ਲੱਗੇ ਤਾਂ ਉਸ ਵੇਲੇ ਗੁਰੂ ਜੀ ਨੇ ਤੀਜੀ ਪੌੜੀ ਉਚਾਰੀ, ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ। ਹੇ ਬਾਬਾ ਮੋਹਨ ਜੀ, ਤੁਹਾਨੂੰ ਸਤ ਸੰਗਤ ਧਿਆ ਰਹੀ ਹੈ। ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਦਰਸ਼ਨਾਂ ਦੇ ਧਿਆਨ ਵਿੱਚ ਜੁੜੇ ਹਨ। ਮੋਹਨ ਜਮ ਨੇੜ ਨ ਆਵੈ ਤੁਧ ਜਪਹਿ ਨਿਦਾਨਾ। ਹੇ ਬਾਬਾ ਮੋਹਨ ਜੀ, ਜੋ ਤੁਹਾਡੀ ਤਰ੍ਹਾਂ ਦ੍ਰਿੜਤਾ ਨਾਲ ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਨਗੇ, ਉਹਨਾਂ ਦੇ ਨਿਦਾਨਾ ਹੁੰਦਾ ਅੰਤ ਸਮੇਂ ਜਮਦੂਤ ਨਜ਼ਦੀਕ ਨੇੜੇ ਨਹੀਂ ਆਵੇਗਾ। ਜਮਕਾਲ ਤਿਨ ਕਉ ਲੱਗੈ ਨਾਹੀ, ਜੋ ਇੱਕ ਮਨ ਧਿਆਵਹਿ। ਉਹਨਾਂ ਪੁਰਖਾਂ ਨੂੰ ਜਮਕਾਲ ਨਹੀਂ ਲੱਗਦਾ ਜਿਹੜੇ ਇੱਕ ਮਨ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰਦੇ ਹਨ। ਮਨ ਬਚਨ ਕਰਮ ਜੇ ਤੁਧ ਅਰਾਧਹਿ, ਸੇ ਸਭੇ ਫਲ ਪਾਵਹਿ। ਜਿਹੜੇ ਤੁਹਾਡੀ ਤਰ੍ਹਾਂ ਪਰਮੇਸ਼ਰ ਨੂੰ ਮਨ ਅੰਤਸ਼ ਕਰਨ, ਬਚਨ ਬਾਣੀ, ਕਰਮ ਕਰਮਾਂ ਭਾਵ ਸਰੀਰ ਕਰਕੇ ਅਰਾਧ ਹੈ ਅਰਾਧਣਗੇ, ਉਹ ਸਭੇ ਕਹੀਏ ਸਾਰਿਆਂ ਫਲਾਂ ਨੂੰ ਪਾ ਲੈਣਗੇ। ਜਿਵੇਂ ਜਹਾਜ਼ ਦੀ ਸੂਈ ਕੰਪਾਸ ਧਰੁਵ ਵੱਲ ਹੀ ਰਹਿੰਦੀ ਹੈ, ਭਾਵੇਂ ਜਹਾਜ਼ ਕਿਤੇ ਵੀ ਘੁੰਮੀ ਜਾਏ। ਇਸੇ ਤਰ੍ਹਾਂ ਗੁਰੂ ਜੀ ਦੀ ਬ੍ਰਹਮਾਕਾਰ ਰੂਪ ਬਿਰਤੀ ਬ੍ਰਹਮ ਵੱਲ ਹੀ ਹੈ ਕਹਿ ਕੇ ਮੋਹਨ ਜੀ ਨੂੰ ਸੁਣਾ ਰਹੇ ਹਨ, ਪਰ ਗੱਲ ਅੰਦਰੋਂ ਰੱਬ ਦੀ ਕਰਦੇ ਹਨ। ਮਲ ਮੂਤ ਮੂੜ ਜੇ ਮੁਗਧ ਹੋਤੇ, ਸੇ ਦੇਖ ਦਰਸ ਸੁਗਿਆਨਾ। ਜਿਹੜੇ ਮਲ ਮੂਤ ਮੈਲ ਮੂਤਰ ਵੱਤ ਮਲੀਨ ਮਨ ਵਾਲੇ ਮੁਗਧ ਮੂਰਖਾਂ ਤੋਂ ਵੀ ਮੂਰਖ ਹੁੰਦੇ ਹਨ, ਉਹ ਵੀ ਤੁਹਾਡੇ ਦਰਸ਼ਨ ਦੇਖ ਕੇ ਸੁਗਿਆਨਾ ਕੀਏ ਸ੍ਰੇਸ਼ਟ ਗਿਆਨ ਵਾਲੇ ਹੋ ਗਏ। ਬਿਨਵੰਤ ਨਾਨਕ ਰਾਜ ਨਿਹਚਲ,
ਪੂਰਨ ਪੁਰਖ ਭਗਵਾਨਾ। ਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਤੁਹਾਡਾ ਰਾਜ ਪ੍ਰਕਾਸ਼ਕ ਨਿਹਚਲ ਬੜਾ ਅਚਲ ਭਾਵ ਨਾ ਚੱਲਣ ਵਾਲਾ ਹੈ। ਆਪ ਜੀ ਪੂਰਨ ਪੁਰਖ ਭਗਵਾਨਾ ਪਰਮਾਤਮਾ ਦਾ ਸਰੂਪ ਹੋ, ਕਿਉਂਕਿ ਨਾਮ ਜਪਣ ਵਾਲਾ ਪਰਮੇਸ਼ਰ ਦਾ ਹੀ ਸਰੂਪ ਹੀ ਹੁੰਦਾ ਹੈ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਜਦ ਗੁਰੂ ਜੀ ਨੇ ਤੀਜੀ ਪੌੜੀ ਸੰਪੂਰਨ ਕੀਤੀ ਤਾਂ ਬਾਬਾ ਮੋਹਨ ਜੀ ਪੋਥੀਆਂ ਲੈ ਕੇ ਸੰਗਤ ਦੇ ਵਿੱਚ ਆ ਗਏ ਅਤੇ ਕਿਹਾ ਕਿ ਇਹ ਪੋਥੀਆਂ ਆਪ ਜੀ ਦੀਆਂ ਹਨ। ਮੈਂ ਆਪ ਜੀ ਵਾਸਤੇ ਇਕੱਤਰ ਕਰਵਾ ਕੇ ਰੱਖੀਆਂ ਹਨ, ਪਰ ਦੇਵਾਂਗਾ ਤਦ ਜੇ ਮੈਨੂੰ ਆਪਣੇ ਚਰਨਾਂ 'ਤੇ ਨਮਸਕਾਰ ਕਰਨ ਦੇਵੋਗੇ। ਗੁਰੂ ਜੀ ਨੇ ਕਿਹਾ ਕਿ ਆਪ ਤਾਂ ਵੱਡੇ ਸਤਿਗੁਰਾਂ ਦੇ ਵੱਡੇ ਸਪੁੱਤਰ ਹੋ, ਅਸੀਂ ਆਪ ਜੀ ਦੇ ਬੱਚਿਆਂ ਦੇ ਸਮਾਨ ਹਾਂ, ਸਗੋਂ ਸਾਨੂੰ ਆਪ ਜੀ ਦੇ ਚਰਨੀ ਪੈਣਾ ਚਾਹੀਦਾ ਹੈ। ਉਸ ਵੇਲੇ ਬਾਬਾ ਮੋਹਨ ਜੀ ਨੇ ਕਿਹਾ ਕਿ ਸਾਨੂੰ ਵੱਡੇ ਸਤਿਗੁਰਾਂ ਦਾ ਬਚਨ ਹੋਇਆ ਹੈ। ਜਿਸ ਵਕਤ ਪਿਤਾ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਗੱਦੀ ਤੁਹਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸੌਂਪੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਚਰਨੀ ਪੈ ਜਾ। ਉਸ ਵੇਲੇ ਮੈਂ ਆਪਣਾ ਰਿਸ਼ਤੇਦਾਰ ਸਮਝ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀ ਨਾ ਪਿਆ ਤੇ ਮੇਰਾ ਛੋਟਾ ਭਰਾ ਭਾਈ ਮੋਹਰੀ ਚਰਨਾਂ 'ਤੇ ਡਿੱਗ ਪਿਆ। ਜੈਸਾ ਕਿ ਰਾਮਕਲੀ ਸਦ ਦਾ ਬਚਨ ਹੈ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਉਸ ਉੱਤੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿ ਹੇ ਪੁੱਤਰ, ਤੂੰ ਰੱਖ ਵਿਖਾਈ ਹੈ ਤੇ ਮੈਨੂੰ ਬਚਨ ਕੀਤੇ ਕਿ ਤੇਰਾ ਹਿਰਦਾ ਤਪਦਾ ਰਹੇਗਾ। ਉਸ ਦਿਨ ਤੋਂ ਮੇਰਾ ਹਿਰਦਾ ਤਪਦਾ ਹੀ ਰਹਿੰਦਾ ਹੈ। ਫਿਰ ਜਿਸ ਵੇਲੇ ਪਿਤਾ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਲੱਗੇ ਤਾਂ ਮੈਂ ਜਾ ਕੇ ਬੇਨਤੀ ਕੀਤੀ, ਮੇਰਾ ਹਿਰਦਾ ਤਪ ਰਿਹਾ ਹੈ, ਮੈਂ ਹੁਣ ਗੁਰੂ ਰਾਮਦਾਸ ਜੀ ਦੇ ਚਰਨੀ ਪੈਣਾ ਹੈ। ਤਾਂ ਸਤਿਗੁਰਾਂ ਨੇ ਕਿਹਾ ਕਿ ਉਹ ਸਮਾਂ ਲੰਘ ਗਿਆ, ਹੁਣ ਇਹਨਾਂ ਦੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਫੜ ਕੇ ਸ਼ਾਂਤੀ ਆਵੇਗੀ। ਮੇਰੀ ਤਾਂ ਕਈ ਮਹੀਨੇ ਸਮਾਧੀ ਹੀ ਲੱਗੀ ਰਹਿੰਦੀ ਹੈ, ਮੇਰਾ ਉਹਨਾਂ ਦਾ ਮੇਲ ਕਿਵੇਂ ਹੋਵੇਗਾ। ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਆਪਣੇ ਪੁੱਤਰ ਸੰਸਰਾਮ ਪਾਸੋਂ ਵੱਡਿਆਂ ਸਤਿਗੁਰਾਂ ਦੀ ਸਾਰੀ ਬਾਣੀ ਇਕੱਤਰ ਕਰਕੇ ਰੱਖ ਛੱਡਣਾ, ਕੋਈ ਵੀ ਲੈਣ ਆਵੇ ਕਿਸੇ ਨੂੰ ਨਹੀਂ ਦੇਣੀ। ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਤੇਰੇ ਪਾਸ ਆਉਣਗੇ ਤਾਂ ਪਹਿਲੇ ਉਹਨਾਂ ਦੇ ਚਰਨੀ ਪੈ ਕੇ ਨਿਮਰਤਾ ਭਾਵ ਨਾਲ ਮੱਥਾ ਟੇਕ ਕੇ ਬਾਣੀ ਦੇਣੀ, ਤਾਂ ਹਿਰਦੇ ਅੰਦਰ ਸ਼ਾਂਤੀ ਹੋਵੇਗੀ। ਉਹ ਵੇਲਾ ਹੁਣ ਆ ਗਿਆ ਹੈ, ਇਸ ਕਰਕੇ ਟੇਕ ਕੇ ਮੱਥਾ ਟੇਕ ਕੇ ਬਾਣੀ ਦੇਣੀ ਤਾਂ ਹਿਰਦੇ ਅੰਦਰ ਸ਼ਾਂਤੀ ਆਵੇਗੀ। ਇਸ ਕਰਕੇ ਆਪ ਜੀ ਦੇ ਚਰਨੀ ਲੱਗਣ ਦਿਓ। ਇਹ ਗੱਲ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤੀ ਸਰੂਪ ਵਿੱਚ ਬੈਠੇ ਰਹੇ ਤੇ ਬਾਬਾ ਮੋਹਨ ਜੀ ਨੇ ਚਰਨ ਫੜ ਕੇ ਬੜੇ ਪ੍ਰੇਮ ਨਾਲ ਸਿਰ ਰੱਖ ਕੇ ਮੱਥਾ ਟੇਕ ਕੇ ਪੋਥੀਆਂ ਦੇ ਦਿੱਤੀਆਂ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵੇਲੇ ਚੌਥੀ ਪੌੜੀ ਉਚਾਰਨ ਕੀਤੀ, ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ। ਹੇ ਬਾਬਾ ਮੋਹਨ ਜੀ, ਤੂੰ ਪਰਵਾਰੇ ਸੰਸਰਾਮ ਆਦਿਕ ਪਰਿਵਾਰ ਦੇ ਸਣ ਸਮੇਤ ਹੀ ਸ੍ਰੇਸ਼ਟ ਫਲਾਂ ਕਰਕੇ ਫਲ ਵਾਲਾ ਹੋਇਆ ਹੈ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਹੇ ਬਾਬਾ ਮੋਹਨ ਜੀ, ਆਪ ਜੀ ਨੇ ਪੁੱਤਰ ਸੰਸਰਾਮ, ਮੀਤ ਮਿੱਤਰ ਜੋਗੀ ਪੁਰਖ ਤੇ ਭਾਈ ਭਰਾ ਭਾਈ ਮੋਹਰੀ ਜੀ ਕੁਟੰਬ ਇਸਤਰੀ ਤੋਂ ਬਣਿਆ ਪਰਿਵਾਰ ਇਤਿਆਦਿਕ ਸਾਰੇ ਹੀ ਤਾਰਨਾ ਕੀਤੇ ਹਨ, ਕਿਉਂਕਿ ਤੁਸੀਂ ਆਪਣੇ ਪੁੱਤਰ ਦੁਆਰਾ ਚੌਹਾਂ ਰੂਪਾਂ ਦੀ ਬਾਣੀ ਦੇ ਖਜ਼ਾਨੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਹੇ ਬਾਬਾ ਮੋਹਨ ਜੀ, ਤੁਸੀਂ ਨਾਮ ਰੂਪੀ ਬਾਣੀ ਦੀਆਂ ਪੋਥੀਆਂ ਦੇ ਕੇ ਮਾਨੋ ਜਹਾਨ ਸੰਸਾਰ ਨੂੰ ਹੀ ਤਾਰ ਦਿੱਤਾ ਹੈ, ਕਿਉਂਕਿ ਇਹ ਬਾਣੀ ਦੁਆਰਾ ਜੀਵਾਂ ਦੀ ਕਲਿਆਣ ਹੋਵੇਗੀ। ਭਾਈ ਗੁਰਦਾਸ ਜੀ ਨੂੰ ਮਾਣ ਸੀ ਕਿ ਮੈਂ ਵੀ ਭੱਲਿਆਂ ਵਿੱਚੋਂ ਹਾਂ, ਪੋਥੀਆਂ ਲੈਣ ਵਾਸਤੇ ਆਏ ਸੀ, ਉਹਨਾਂ ਦਾ ਵੀ ਅਭਿਮਾਨ ਹੰਕਾਰ ਲਹਿਆ ਲੈ ਗਿਆ। ਬਾਬਾ ਬੁੱਢਾ ਜੀ ਨੂੰ ਮਾਣ ਸੀ ਕਿ ਮੈਂ ਲੈ ਆਵਾਂਗਾ,
ਪਹਿਲੇ ਪਾਤਸ਼ਾਹ ਦਾ ਸਿੱਖ ਹਾਂ। ਇਹ ਬਾਣੀ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਜਿਨ੍ਹਾਂ ਨੇ ਤੇਰਾ ਦਰਸ਼ਨ ਪਾਇਆ, ਉਹ ਅਭਿਮਾਨ ਤੋਂ ਰਹਿਤ ਹੋ ਗਏ। ਜਿਨੀ ਕਹੀਏ ਜਿਨ੍ਹਾਂ ਨੇ ਤੇਰਾ ਦਰਸ਼ਨ ਦੀਦਾਰ ਪਾਉਣਾ ਕੀਤਾ ਹੈ, ਉਹਨਾਂ ਦਾ ਅਭਿਮਾਨ ਹੰਕਾਰ ਲਹਿਆ ਕਹੀਏ ਭਾਵ ਲੈ ਗਿਆ, ਦੂਰ ਹੋ ਗਿਆ ਅਤੇ ਉਹਨਾਂ ਨੂੰ ਇਸ ਸੰਸਾਰ ਤੋਂ ਤਾਰਿਆ ਹੈ। ਜਿਨੀ ਤੁਧਨੋ ਧਨ ਕਹਿਆ, ਤਿਨ ਜਮ ਨੇੜ ਨ ਆਇਆ। ਜਿਨ੍ਹਾਂ ਨੇ ਤੁਹਾਨੂੰ ਧਨਤਾ ਜੋਗ ਕਹਿਆ ਹੈ, ਉਹਨਾਂ ਦੇ ਜਮ ਵੀ ਨਜ਼ਦੀਕ ਨਹੀਂ ਆਉਂਦਾ, ਕਿਉਂਕਿ ਜੇ ਕੋ ਜਿਉ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ। ਹੇ ਸਤਿਗੁਰੂ ਮੁਰਾਰੀ ਪੁਰਖ ਦੇ ਪੁੱਤਰ ਜੀ, ਤੁਹਾਡੇ ਵਿੱਚ ਬੇਅੰਤ ਗਿਣਤੀ ਤੋਂ ਰਹਿਤ ਗੁਣ ਹਨ, ਜੋ ਕਥਨ ਨਹੀਂ ਕੀਤੇ ਜਾ ਸਕਦੇ, ਕਥਨ ਤੋਂ ਪਰੇ ਹਨ। ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਸਤਿਗੁਰੂ ਜੀ ਬਿਨਵੰਤ ਕਹੀਏ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਪੋਥੀਆਂ ਦੇ ਕੇ ਸਾਡੀ ਟੇਕ ਓਟ ਰੱਖ ਲਈ ਹੈ। ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀ ਲੱਗ ਕੇ ਸਾਰਾ ਹੀ ਸੰਸਾਰੇ ਕਹੀਏ ਜਗਤ ਤਰਿਆ ਕਰੇਗਾ, ਜੋ ਤੁਸਾਂ ਬਾਣੀ ਬਖਸ਼ੀ ਹੈ। ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।